ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਹੁਣਾਂ ਪਾਸੋਂ ਆਪ ਸੰਗਤ ਨੇ ਤੁਰਕੀ ਬਾਣੀ ਦੇ ਪਾਵਨ ਬੋਲ ਸਰਵਣ ਕੀਤੇ ਹਨ। ਆਓ ਇਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਵਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1388 ਅੰਗ ਉੱਪਰ ਦਰਜ ਹੈ। ਇਹ ਵੀ ਸਵਈਏ ਗੁਰੂ ਪਾਤਸ਼ਾਹ ਨੇ ਉਚਾਰਨ ਕੀਤੇ ਨੇ, ਜਿਨ੍ਹਾਂ ਚੋਂ ਪਹਿਲੇ 9 ਸਵਈਏ ਗਲੂਏ ਮੁਬਾਰਕ ਤੋਂ ਪ੍ਰਗਟ ਕੀਤੇ ਔਰ ਇਹ ਦਰਸਾਇਆ ਵੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਪਰਮੇਸ਼ਵਰ ਇੱਕ ਨੇ। ਬੋਲੇ ਖੁਦਾ ਦੇ ਨੇ, ਪ੍ਰਗਟ ਗੁਰੂ ਅਰਜਨ ਸਾਹਿਬ ਕਰ ਰਹੇ ਨੇ। ਹਉ ਆਪੋ ਹੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਕਹਿੰਦੇ ਪਰਮਾਤਮਾ ਦੇ ਹੁਕਮ ਵਿੱਚ ਮੈਂ ਬੋਲ ਰਿਹਾ ਹਾਂ, ਉਹਦੇ ਹੀ ਇਹ ਬਚਨ ਨੇ। ਦਰਸਾਇਆ ਕੀ ਹੈ? ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਨਾਨਕ ਖੁਦਾਇਆ ਹੈ, ਪਰਮੇਸ਼ਵਰ ਦੇ ਸਰਗੁਣ ਸਰੂਪ ਨੇ। ਔਰ ਅਗਲੇ 11 ਸਵਈਆਂ ਦੇ ਵਿੱਚ ਅਕਾਲ ਪੁਰਖ ਦੀ ਸਰਬਗਤਾ ਬਿਆਨ ਕੀਤੀ ਹੈ, ਅਜ਼ਮਤ ਬਿਆਨ ਕੀਤੀ ਹੈ, ਬੁਲੰਦ ਹਸਤੀ ਨੂੰ ਬਿਆਨ ਕੀਤਾ ਹੈ। ਜਿਸ ਰਚਨਾ ਦੇ ਰਾਹੀਂ ਵਡਿਆਈ ਕੀਤੀ ਹੈ ਅਕਾਲ ਪੁਰਖ ਦੀ, ਉਹਨਾਂ ਨੂੰ ਸਵਈਏ ਕਿਹਾ ਹੈ। ਇਹ 4 ਚਰਨ ਦਾ ਸਰਵਪ੍ਰਿਯ ਛੰਦ ਹੁੰਦਾ ਹੈ। ਇਹਦੇ ਨਾਮ ਕਈ ਹੁੰਦੇ ਨੇ। ਕਵੀ ਜਨ ਜਾਣਦੇ ਨੇ ਸਵਈਏ ਦੇ 2 ਮੁੱਖ ਭੇਦ ਨੇ, ਮਾਤ੍ਰਿਕ ਅਤੇ ਵਰਣਿਕ। ਬ੍ਰਹਮਾਦਿਕ ਸ਼ਿਵ ਛੰਦ ਮੁਨੀਸੁਰ ਔਰ ਰਸਕ ਠਾਕੁਰ ਗੁਣ ਗਾਵਤ। ਅਕਾਲ ਪੁਰਖ ਦੀ ਉਸਤਤੀ ਕਰਦੇ ਹੋਏ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ। ਕਹਿੰਦੇ ਦੁਨੀਆ ਦੇ ਅੰਦਰ ਜਿਸ ਨੂੰ ਰਚਨਾ ਦਾ ਆਦਿ ਸਮਝਿਆ ਗਿਆ, ਸਨਾਤਨ ਮਤ ਬ੍ਰਹਮਾ ਜੀ ਨੂੰ ਮੰਨਦਾ ਹੈ।
ਹੁਣ ਜਿਹੜਾ ਬ੍ਰਹਮਾਦਿਕ ਲਫ਼ਜ਼ ਹੈ ਇਹਦਾ ਭਾਵ ਹੈ ਜੋ ਮਹਾਨ ਦੇਵਤਾ ਬ੍ਰਹਮਾ ਹੈ ਉਸ ਤੋਂ ਲੈ ਕੇ ਸਾਰੇ ਹੀ ਦੇਵੀ ਦੇਵਤੇ। ਤੇ ਬ੍ਰਹਮਾ ਬਾਬਤ ਤੁਸੀਂ ਜਾਣਦੇ ਹੀ ਹੋ, ਚਤੁਰਾਨਨ ਪਿਤਾਮਹ, ਜਿਹੜਾ ਬੜਾ ਪ੍ਰਾਚੀਨ ਹੈ ਔਰ ਪੁਰਾਣਾਂ ਦੇ ਅਨੁਸਾਰ ਜਗਤ ਰਚਣ ਵਾਲਾ ਹੈ। ਤਿੰਨਾਂ ਮਹਾਨ ਦੇਵਤਿਆਂ ਵਿੱਚ ਗਿਣਿਆ ਜਾਂਦਾ ਹੈ ਵਿਸ਼ਨੂੰ, ਸ਼ਿਵ ਔਰ ਇੱਕ ਇਹਨਾਂ ਚੋਂ ਬ੍ਰਹਮਾ, ਤ੍ਰਿਮੂਰਤੀ ਨੇ। ਪਰ ਸਿੱਖ ਜਗਤ ਦਾ ਸਿਧਾਂਤ ਕਹਿੰਦਾ ਹੈ ਬ੍ਰਹਮਾ ਦੀ ਵੀ ਰਚਨਾ ਪਰਮਾਤਮਾ ਨੇ ਕੀਤੀ ਹੈ, ਇਸ ਕਰਕੇ ਉਹ ਬ੍ਰਹਮਾ ਨਾਲੋਂ ਵੱਡੇ ਨੇ। ਬ੍ਰਹਮਾ ਬੜਾ ਕੇ ਜਾਸ ਉਪਾਇਆ, ਵੇਦ ਬੜਾ ਕੇ ਜਹਾਂ ਤੇ ਆਇਆ। ਕਹਿੰਦੇ ਬ੍ਰਹਮਾ ਵੱਡਾ ਹੈ ਕਿ ਬ੍ਰਹਮਾ ਨੂੰ ਪੈਦਾ ਕਰਨ ਵਾਲਾ ਪਰਮੇਸ਼ਵਰ ਵੱਡਾ ਹੈ। ਵੇਦ ਵੱਡੇ ਨੇ ਕਿ ਵੇਦਾਂ ਨੂੰ ਬ੍ਰਹਮਾ ਦੀ ਝੋਲੀ ਪਾਉਣ ਵਾਲੇ ਪਰਮੇਸ਼ਵਰ ਵੱਡੇ ਨੇ। ਸੋ ਸੌਖਾ ਹੈ ਸਮਝਣਾ, ਪਰਮਾਤਮਾ ਖੁਦਾਇਆ ਵਾਹਿਗੁਰੂ, ਉਹਦੀ ਜਿਹੜੀ ਅਗੰਮੀ ਅਜ਼ਮਤ ਹੈ, ਉਹਦੀ ਜਿਹੜੀ ਕੀਰਤੀ ਹੈ, ਜਸ ਹੈ, ਤਾਕਤ ਹੈ, ਉਹ ਸਭ ਨਾਲੋਂ ਵਧੇਰੇ ਹੈ। ਉਹਦੇ ਨਾਲੋਂ ਵੱਡਾ ਦੁਨੀਆ 'ਤੇ ਕੋਈ ਨਹੀਂ ਹੈ। The greatest of all is Supreme Lord. ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਹੈ, ਕਹਿੰਦੇ ਪ੍ਰਥਮੇ ਬ੍ਰਹਮਾ ਕਾਲੈ ਘਰ ਆਇਆ। ਤੁਸੀਂ ਮੰਨਦੇ ਹੋ ਵੀ ਦੁਨੀਆ ਵਿੱਚ ਸਭ ਤੋਂ ਬ੍ਰਹਮਾ ਆਇਆ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਾਲ ਦੇ ਮੂੰਹ ਵਿੱਚ ਵੀ ਪਹਿਲਾਂ ਬ੍ਰਹਮਾ ਹੀ ਗਿਆ ਹੈ। ਭਾਵ ਕਿ ਬ੍ਰਹਮਾ ਜੀ ਨੂੰ ਵੀ ਦੁਨੀਆ ਤੋਂ ਜਾਣਾ ਪਿਆ, ਸਦੀਵੀ ਨਹੀਂ ਹੋ। ਸਦੀਵੀ ਕੇਵਲ ਪਰਮੇਸ਼ਵਰ ਨੇ, ਸਦੀਵੀ ਰਹਿਣ ਵਾਲਾ ਪਰਮਾਤਮਾ ਹੈ। ਇਸੇ ਕਰਕੇ ਹੀ ਬ੍ਰਹਮਾਦਿਕ ਜਿਤਨੇ ਵੀ ਦੇਵੀ ਦੇਵਤੇ ਮਹਾਂਪੁਰਸ਼ ਨੇ ਉਹ ਅਕਾਲ ਪੁਰਖ ਨੂੰ ਧਿਆਉਂਦੇ ਨੇ। ਦੂਸਰਾ ਮਹਾਦੇਵ ਦਾ ਜ਼ਿਕਰ ਕੀਤਾ ਹੈ, ਜਿਹਨੂੰ ਸ਼ਿਵ ਜੀ ਵੀ ਕਹਿ ਦਿੰਦੇ ਹੋ, ਜੋ ਦੇਵਤਿਆਂ ਚੋਂ ਮਹਾਨ ਹੈ। ਉਹਦੇ ਲਈ ਸ਼ਿਵ ਲਫ਼ਜ਼ ਵਰਤਿਆ ਹੈ। ਕਹਿੰਦੇ ਸ਼ਿਵ ਵੀ ਪਰਮਾਤਮਾ ਦੇ ਗੀਤ ਗਾਉਂਦਾ ਹੈ। ਸ਼ਿਵ ਦੇ ਕਈ ਅਰਥ ਨੇ। ਪਹਿਲਾ ਅਰਥ ਤੇ ਇਹ ਹੈ ਕਲਿਆਣ, ਮੁਕਤੀ, ਨਜ਼ਾਤ, ਐਮੈਂਸੀਪੇਸ਼ਨ, ਲਿਬਰੇਸ਼ਨ। शिव शिव करत सगल कर जोर है, सर्ब माया ठाकुर तेरी दोही। दूसरा शिव का मतलब है बाणी विच वाहिगुरु, परमात्मा जो सारियां दा खसम है, शक्ति का जो मालक है। सगत गई भ्रम कटिया, शिव जोत जगाया। ਜਦੋਂ ਮਾਇਆ ਵਾਸ਼ਨਾ ਨਿਵਰਤ ਹੋ ਜਾਵੇ ਉਦੋਂ ਪਰਮਾਤਮਾ ਆਪਣੀ ਜੋਤ ਸਾਡੇ ਅੰਦਰ ਪ੍ਰਗਟ ਕਰ ਦਿੰਦਾ ਹੈ। ਸ਼ਿਵ ਦਾ ਤੀਸਰਾ ਅਰਥ ਹੈ ਹਿੰਦੂ ਤ੍ਰਿਦਾ ਮੂਰਤੀ ਦੇ ਵਿੱਚੋਂ ਇੱਕ, ਬ੍ਰਹਮਾ ਜੀ, ਵਿਸ਼ਨੂੰ ਤੇ ਸ਼ਿਵ। ਹੁਣ ਇਹਨਾਂ ਚੋਂ ਇਹ ਇੱਕ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਸਨਾਤਨ ਮਤ ਨੇ ਸੰਘਾਰ ਕਰਨ ਵਾਲੇ ਮੰਨਿਆ ਹੈ। ਬਾਣੀ 'ਚ ਇਹਨਾਂ ਦਾ ਵੀ ਜ਼ਿਕਰ ਆਉਂਦਾ ਹੈ, ਇਸ ਸੁੱਖ ਤੇ ਸ਼ਿਵ ਬ੍ਰਹਮਾ ਡਰਾਨਾ। ਸੋ ਕਹਿੰਦੇ ਜਿਹੜਾ ਸ਼ਿਵ ਹੈ ਨਾ, ਜਿਹਨੂੰ ਤੁਸੀਂ ਮਹਾਦੇਵ ਕਹਿੰਦੇ ਹੋ, ਇਹ ਵੀ ਆਪਣੇ ਤੋਂ ਮਹਾਨ ਜੋ ਖੁਦਾ ਨੇ, ਵਾਹਿਗੁਰੂ ਨੇ, ਪਰਮੇਸ਼ਵਰ ਨੇ, ਉਹਨਾਂ ਦੇ ਗੁਣ ਗਾਉਂਦਾ ਹੈ, ਉਹਨਾਂ ਦੇ ਹੁਕਮ ਵਿੱਚ ਹੈ। ਹੁਣ ਕਵਿਤਾ ਦੇ ਵਿੱਚ ਜਦੋਂ, ਰਚਨਾ ਦੇ ਵਿੱਚ ਜਦੋਂ ਕੁਝ ਅਲਫਾਜ਼ ਆਉਣ, ਉਹਨਾਂ ਦੇ ਅਰਥ ਜਿਹੜੇ ਨੇ ਨਾ, ਕਿਸ ਸੰਦਰਭ ਵਿੱਚੋਂ ਬੋਲ ਉਚਾਰੇ ਗਏ ਉਸੇ ਪੱਖ ਦੇ ਹੀ ਅਰਥ ਹੁੰਦੇ ਨੇ। ਕਈ ਵਾਰ ਸਾਡੇ ਵੀਰ ਭੁਲੇਖਾ ਖਾ ਜਾਂਦੇ ਨੇ
मैं एक सिख आर्मी ऑफिसर की इंटरव्यू सुन रहा सी। वो बड़ा सुलझिया सूझवान बंदा है तो बाणी के अर्थां का पर अनर्थ कर रहा सी। वो ये अल्फाज बोल रहा सी, देहे सिवाबर मोहे ए है शुभ करमन ते कबहू ना टरूं। वो कहता जी गुरु गोबिंद सिंह महाराज ने शिव जी पासों वर मंगया, नहीं तुहाडा भुलेखा है। गुरु गोबिंद सिंह की सारी बाणी विच अकाल पुरख का मंगल है। श्री वाहिगुरु जी की फतेह, जो सदीवी है, खुदाया है, उन्होंने शिव शक्त कहा है पातशाह ने उत्थे। जिमें गुरु ग्रंथ साहिब विच कई जगह शिव शक्त की गल आई है, जो असीम शक्ति का मालो परमेश्वर है। शिव जी बारे तो आप गुरु गोबिंद सिंह लिखते ने, एक शिव भये एक गए एक फिर भये, रामचंद्र कृष्ण के अवतार भी अनेक हैं। कहते महादेव शिव जी ऐसे महापुरुष दुनिया ते खुदा दे हुक्म विच आउंदे ने, वाहिगुरु दे हुक्म विच चले जाते ने। मैं कहते उस शिव दा उपासक हाँ जो सदीवी है, जो परमेश्वर है, जो इन्हां देवतियां दा भी मालक है। ਉਹਦੇ बारे महाराज वार वार कहते ने, पाए गहे जब ते तुमरे तब ते को आँख तरे नहीं आन्यो, राम रहीम पुराण कुरान अनेक कहे मत एक ना मान्यो, सिमरत शास्त्र वेद सबै बहु भेद कहे हम एक ना जान्यो, सिरियस पान कृपा तुमरी कर मैं ना कहो सब तोहे बखान्यो। जो सदा रहन वाला है, जिहदे हत्थ विच खड़ग है, संघार भी करती है और पैदाइश भी करती है, दुनिया नूं प्रफुल्लत भी हुक्म दी खड़ग नाल करदा है ते खुरा खोज भी हुक्म दी खड़ग नाल करदा है, मिटा भी दिंदा है। सो इत्थे देहे शिवाबर मोहे यह तो भाव है, ऐ अकाल पुरख सदीवी रहन वाले शक्ति दे मालक शिव मैनू बरकत दे। इत्थे अर्थ शिव जी नहीं है। सो महाराज साफ कहते ने, आद अंत एक अवतारा सोई गुरु समझे हो हमारा। कहते शिव जी सदा नहीं रहिंदे, आउंदे ने हुक्म विच चले जाते ने। साडा गुरु वो है, वार असीं उहदे तो मंगदे हाँ जो आद विच भी सी, दुनिया गर्क भी हो जावे ते अंत विच भी रहेगा। वो कौन है? परमेश्वर, वो है परमात्मा। सो जे बाणी दे अर्थ ना आउंदे होण ते अनर्थ भी नहीं करना चाहिए। हुण इत्थे जिहड़ा सवाइयां च शिव लफ्ज़ है ना, वो है शिव जी बारे। वो इस संदर्भ विच उचारिया गया है भी सब देवी देवते एक अकाल पुरख नूं ध्याउंदे ने। अगे महाराज ने लफ्ज़ वरतिया है छंद। इत्थे छंद तो भाव है जिहड़े सनातन मत दे बड़े पवित्र ग्रंथ ने वेद। कहंदे वेद भी उहदे गीत गाउंदे ने, भाव अकाल पुरख दी वडियाई वेदां विच है। अगे कहंदे ने मुने सुर। ये जिहड़ा मुन लफ्ज़ है ना, मुन तो भाव हुंदा है जिहड़ा मौन धार गया है। महात्मा महापुरुष जिन्हें मन नूं विकारां तो रोक लिया, संसार वालों तोड़ के निरंकार नाल जोड़ दिता। ये जितने भी महापुरुष ने, मुनि जन ने, उस अकाल पुरख दे गीत गाउंदे ने। उस अकाल पुरख नूं ही पातशाह कहंदे ध्याउंदे ने। उस अकाल पुरख दी ही ये सारे वडियाई करदे ने। चाहे वो ब्रह्मा जी ने, चाहे वो शिव जी ने, ते चाहे मुनियां चों महान मुनि ने, वड्डे वड्डे मुनि जन ने, वेदां नूं उचारन वाले महापुरुष ने। चाहे वो वेदां दी बात है, हर जगह तुहानूं परमात्मा दे गीत ही सुनाई देणगे। हर जगह परमात्मा दी उपमा ही तुहानूं सुनाई देवेगी। अगे महाराज कहंदे ने रसक रसक ठाकुर गुण गावत।
ये जितने भी महात्मा ने, महापुरुष ने, रस लैके अकाल पुरख दे गीत गाउंदे ने, तदाकार हो के भिज के उहदे गीत गाउंदे ने। गुरु ग्रंथ साहिब विच होर जगह भी आउंदा है ना भी ऐ अकाल पुरख, ऐ ठाकुर, ऐ दुनिया दे प्रतिपालक स्वामी वाहिगुरू, तेरे नाम दा रस लैके तेरे गीत इत्थे बेअंत महापुरुष गा रहे ने। ये विस्माद अते जो उच्चा सुच्चा तेरे नाम दा रस है, उसनूं कई महात्मा जन माणदे ने। जिवें सानूं परिवार चों रस आउंदा है ना, कारोबार चों रस आउंदा है, बच्चों चों रस आउंदा है, घर वाली नूं घर वाले चों रस आउंदा है, घर वाले नूं घर वाली चों रस आउंदा है, लीडर नूं कुर्सी दा रस है। ये तां महात्मा महापुरुष रब दे नाम चों रस माणदे ने। रस माणदे होए उहदे गुण गाउंदे ने, उहदे गुण, उहदियां खूबियां सिफतां गाउंदे ने। बड़ियां खूबियां ने, सिफतां ने, अंत नहीं पाया जा सकदा। वो रहम करदा है, तुसी रहीम कह दिता, दया करदा है, तुसी दयालु कह दिता। ये उहदे नाम ने, उहदियां सिफतां ने। गावन तुदनो ईसर ब्रह्मा देवी, सोहन तेरे सदा सवारे। एक जगह होर महाराज कहते ने, ब्रह्मा बिशन महेश श्रेष्ठ, नाम रते विचारी, खाणी बाणी गगन पाताली, जनता जोत तुम्हारी। हुण गुण गाउण दा फल की मिलिया ब्रह्मा जी नूं, विष्णु जी नूं, महेश नूं? कहंदे परमात्मा वो तुहाडे गुण गा गा के श्रेष्ठ हो गए, भाव मनुखता चों उच्चे उठ गए। उन्हां दी तां वडियाई है। तुहाडे श्रेष्ठ नाम नूं जपण वाला दुनिया विच श्रेष्ठ हो निबड़दा है। ऐ परमात्मा, तेरी जोत हर जरे विच समाई है, पातालां आकाशां विच तूं समाया होया है, और हर जगह वो महापुरुष तैनूं ही देखते ने और तेरे ही गीत गाउंदे ने। सो अगे गुरु अर्जन साहिब पातशाह हुक्म करते ने, इंदर मुनिंदर खोजते गोरख, धरण गगन आवत फुन तावत। कहंदे तेरा नाम जपण वालियां विच, तेरी खोज लभण वालियां विच इंद्र भी आउंदा है, जो देवतियां चों महान है। 33 करोड़ देवतियां दा जो राजा है। इंद्र दे कई अर्थ हुंदे ने। वैसे जगतनाथ नूं, वाहिगुरू नूं भी कई जगह इंद्र कह दिता जाता है। दूसरा देवराज इंद्र, अमरावती दा स्वामी खसम, जो देवतियां चों वड्डी अजमत दा मालक समझिया गया है। हुण इंद्र दा भाव यह भी है भी जेदे इंद्रे रज गए ने। साडे नहीं रजे, अखां किते रजियां थोड़ा है, वेख वेख रंगीनी वेखना चाहुंदे हैं दुनिया दी। कन किथे रजे ने, चुगली निंदा सुनना चाहुंदे हैं। जुबान किथे रजदी है। स्वादिष्ट भोजन मिल जाए तो एक दिन ही 5-4 दिनों का खाण पईदा है भी गां मिलना है कि नहीं मिलना। शरीर काम वासना विच लगा रहिंदा है, किथे रजदा है। जो रज गया वो इंद्र, जिहदे इंद्रे लबालब रजे हुए ने। खैर चाहे वो इंद्र देव है, चाहे वो कोई भी महात्मा है, मुनिंद्र, मुन इंद्र नूं ही कह दिंदे ने, जो मुनियां दा राजा है। जां होर मुनीजन, बड़े बड़े महापुरुष जो संतां महापुरुषां चों बड़ी महान उच्ची अजमत दे मालक होए।
ਮੁਨਿੰਦਰ ਮੁਨੀ ਰਾਜ ਨੂੰ, ਪ੍ਰਧਾਨ ਸੰਤ ਨੂੰ, ਰਿਸ਼ੀ ਰਾਜੇ ਨੂੰ ਵੀ ਕਹਿ ਦਿੰਦੇ ਨੇ। ਅੱਗੇ ਮਹਾਰਾਜ ਨੇ ਇੱਕ ਸਤਪੁਰਸ਼ ਦਾ ਜ਼ਿਕਰ ਕੀਤਾ ਹੈ, ਗੋਰਖ। ਅੱਛਾ, ਬਾਣੀ ਵਿੱਚ ਗੋਰਖ ਕਰਤਾਰ ਲਈ ਵੀ ਆਇਆ ਹੈ, ਗੋਰਖ ਸੋਜਨ ਗੋਏ ਉਠਾਲੀ, ਪਰ ਇੱਥੇ ਗੋਰਖ ਦਾ ਭਾਵ ਹੈ ਜੋਗੀਆਂ ਦਾ ਆਚਾਰਿਆ, ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਹੋਇਆ ਸੀ। ਕਈ ਇਹਨੂੰ ਮਸ਼ੇਂਦਰ ਦਾ ਸੇਵਕ ਵੀ ਕਹਿ ਦਿੰਦੇ ਨੇ, ਕੋਈ ਪੁੱਤਰ ਲਿਖ ਦਿੰਦਾ ਹੈ। ਖੈਰ, ਇਹ ਜਿਹੜਾ ਗੋਰਖਨਾਥ ਹੈ, ਜਿਹਦੀ 9 ਨਾਥਾਂ ਦੇ ਵਿੱਚ ਗਿਣਤੀ ਹੈ, ਇਹ ਜਿਹੜਾ ਜੋਗੀ ਹੈ, ਇਹ ਵੀ ਪਰਮਾਤਮਾ ਤੇਰੇ ਗੀਤ ਗਾਉਂਦਾ ਹੈ, ਤੇਰੀ ਖੋਜ ਲੱਭਦਾ ਹੈ। ਮਹਾਰਾਜ ਕਹਿੰਦੇ ਨੇ, ਬ੍ਰਹਮੇ ਇੰਦਰ ਧਿਆਇਨ ਹਿਰਦੇ, ਸਾਧਕ ਸਿੱਧ ਜਿਸੈ ਕੋ ਫਿਰਦੇ। ਕਹਿੰਦੇ ਚਾਹੇ ਬ੍ਰਹਮਾ ਜੀ ਨੇ, ਚਾਹੇ ਇੰਦਰ ਨੇ, ਚਾਹੇ ਸਾਧਕ ਨੇ, ਸਾਧਨਾ ਕਰਨ ਵਾਲੇ, ਭਜਨ ਬੰਦਗੀ ਕਰਨ ਵਾਲੇ ਪੁਰਸ਼, ਔਰ ਚਾਹੇ ਸਿੱਧ ਨੇ, ਜਿਨ੍ਹਾਂ ਸਾਧਨਾ ਕਰਕੇ ਕਰਾਮਾਤ ਹਾਸਲ ਕਰ ਲਈ, ਸਾਰੇ ਤੈਨੂੰ ਹੀ ਲੱਭਦੇ ਫਿਰਦੇ ਨੇ, ਸਾਰੇ ਤੇਰੀ ਖੋਜ ਵਿੱਚ ਦੌੜੇ ਫਿਰਦੇ ਨੇ। ਆਲ ਆਰ ਦਾ ਸੀਕਰਸ ਆਫ ਸੁਪਰੀਮ ਲਾਰਡ, ਸਾਰੇ ਪਰਮਾਤਮਾ ਤੈਨੂੰ ਢੂੰਡਦੇ ਫਿਰਦੇ ਨੇ। ਅੱਗੇ ਮਹਾਰਾਜ ਹੁਕਮ ਕਰਦੇ ਨੇ, ਗੁਰੂ ਅਰਜਨ ਸਾਹਿਬ, ਸਿੱਧ ਮਾਨੁਕਿ ਦੇਵ ਅਰ ਦਾਨਵ, ਇਕ ਤਿਲ ਤਾਕੋ ਮਰਮ ਨਾ ਪਾਵਤ। ਜਿਵੇਂ ਇਹ ਦੇਵਤੇ ਤੇਰੀ ਖੋਜ ਵਿੱਚ ਨੇ, ਤੇਰਾ ਨਾਮ ਜਪਦੇ ਨੇ, ਤੈਨੂੰ ਲੱਭਦੇ ਨੇ, ਇਸੇ ਤਰ੍ਹਾਂ ਹੀ ਅਜ਼ਮਤੀ ਸਿੱਧ, ਕਰਾਮਾਤੀ ਸਿੱਧ, 84 ਸਿੱਧ ਪਰਮਾਤਮਾ ਤੇਰੀ ਖੋਜ ਕਰਦੇ ਪਏ ਨੇ, ਔਰ ਬੜੇ ਮਨੁੱਖ ਵੀ ਤੇਰੀ ਖੋਜ ਵਿੱਚ ਨੇ। ਜਗਿਆਸੂ ਜਿਹੜੇ ਹਰੇ ਧਰਮ ਦੇ ਰਸਤੇ ਤੇ ਚੱਲੇ ਨੇ, ਉਹ ਵੀ ਤੇਰੀ ਖੋਜ ਵਿੱਚ ਨੇ। ਸਿੱਧ ਲਫ਼ਜ਼ ਉਸ ਮਹਾਤਮਾ ਲਈ ਆਉਂਦਾ ਹੈ ਜਿਹਦੇ ਵਿੱਚ ਕਰਾਮਾਤ ਹੁੰਦੀ ਹੈ। ਵੈਸੇ ਜੋਗ ਮਾਰਗ ਦੇ ਆਚਾਰਿਆਂ ਨੂੰ ਵੀ ਸਿੱਧ ਕਹਿ ਦਿੰਦੇ ਨੇ, ਜਿਵੇਂ ਗੋਰਖ ਨੂੰ ਸਿੱਧ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸਿੱਧਾਂ ਕੋਲ ਕਰਾਮਾਤ ਹੁੰਦੀ ਹੈ, ਸਿੱਧੀਆਂ ਹੁੰਦੀਆਂ ਨੇ। ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੈ ਭਾਓ। ਕਹਿੰਦੇ ਸਾਧਨਾ ਕੀਤੀ, ਸਿੱਧ ਹੋ ਗਿਆ, and he got all the miraculous powers, ਉਹਦੇ ਕੋਲ ਸਾਰੀਆਂ ਕਰਾਮਾਤਾਂ ਆ ਗਈਆਂ। ਔਰ ਇੰਨੀ ਕਰਾਮਾਤ ਆ ਗਈ, ਕਈ ਵਾਰ ਤੇ ਅੱਖਾਂ ਦਾ ਵਿਸ਼ਾ ਹੀ ਨਹੀਂ ਰਹਿੰਦਾ, ਗੁਪਤ ਹੋ ਜਾਂਦਾ ਹੈ, ਦਿਖਣੋਂ ਹੀ ਹਟ ਜਾਂਦਾ ਹੈ, ਤੇ ਕਈ ਵਾਰ ਵੱਡਾ ਆਕਾਰ ਬਣਾ ਲੈਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਇਹ ਇੱਦਾਂ ਦੀਆਂ ਕਰਾਮਾਤਾਂ ਸਿੱਧਾਂ ਵਿੱਚ ਹੁੰਦੀਆਂ ਨੇ। ਹੀ ਬਿਕਮ ਇਨਵਿਜ਼ੀਬਲ, ਉਹਦਾ ਮਨ ਚਾਹਵੇ ਤੇ ਅਗੋਚਰ ਹੋ ਜਾਵੇ, ਸਾਨੂੰ ਨਜ਼ਰ ਹੀ ਨਾ ਆਵੇ, ਉਹਦਾ ਮਨ ਚਾਹਵੇ ਤੇ ਪ੍ਰਗਟ ਹੋ ਜਾਵੇ। ਖੈਰ, ਜਿੰਨੇ ਵੀ ਸਿੱਧ ਨੇ ਜਾਂ ਮਨੁੱਖ ਨੇ, ਮਨੂ ਦੀ ਔਲਾਦ, ਆਦਮ ਦੀ ਜਾਤ, ਐ ਪਰਮਾਤਮਾ ਜਿਤਨੇ ਵੀ ਦੇਵ ਨੇ, ਦੇਵਲੋਕ ਵਿੱਚ ਕਰੀੜਾ ਕਰਨ ਵਾਲੇ, ਸਵਰਗ ਦੇ ਵਿੱਚ ਆਨੰਦ ਮਾਣਨ ਵਾਲੇ, ਜੋ ਬੇਅੰਤ ਤਾਕਤਾਂ ਦੇ ਮਾਲਕ ਨੇ, ਚਾਹੇ ਦਾਨਵ ਨੇ, ਦਕਸ਼ ਪੁੱਤਰੀ ਦਨ ਦੇ ਉਦਰ ਤੋਂ, ਕਸ਼ਪ ਦੀ ਸੰਤਾਨ ਜੋ ਰਾਖਸ਼ ਨੇ, ਕੋਈ ਚੰਗਾ ਹੈ, ਕੋਈ ਮੰਦਾ ਹੈ, ਸਾਰੇ ਹੀ ਤੇਰੀ ਖੋਜ ਵਿੱਚ ਨੇ, ਸਾਰੇ ਹੀ ਤੇਰੀ ਖੋਜ ਲੱਭਦੇ ਲੱਭਦੇ ਇੱਧਰ ਉੱਧਰ ਦੌੜੇ ਫਿਰਦੇ ਨੇ। ਪਰ ਮਹਾਰਾਜ ਤੇਰਾ ਅੰਤ ਕੋਈ ਨਹੀਂ ਪਾ ਸਕਿਆ। ਬਾਣੀ ਦਾ ਫੁਰਮਾਨ ਹੈ, ਸ੍ਰਿਸ਼ਟ ਉਪਾਏ ਕੀਆ ਪਾਸਾਰਾ,
देव दानव गण गंधर्व साजे, सब लिखिया कर्म कमाए दा। कई बार कह दिंदे ना जी देवते नहीं हुंदे, दैंत नहीं हुंदे, ये तो बंदियां नूं ही कहा है। इदां नहीं है। ये ठीक है, चंगे कर्मां वाले नूं देवता कह देईदा है, मंद कर्मी नूं राक्षस कह देईदा है, पर देवते अते दैंत अगोचर ताकतां वाले भी दुनिया ते मौजूद ने। गुरु ग्रंथ साहिब कहिंदे ने सारे उन्हें ही साजे होए ने। अगोचर दुनिया जो अखां नूं दिखदी नहीं है, अखां दा जो विशा नहीं है। जे तेरी निगाह घट है, इहदा मतलब ये नहीं भी दुनिया वसणों हट गई है। जे तू अन्ना है तो यदा मतलब ये नहीं भी चंद ने रोशनी बखेरनी छड्ड दित्ती है। तैनूं जो नज़री ना आवे जरूरी नहीं भी वो है नहीं है दुनिया ते, ये आपो अपनी नज़र है। महाराज कहते ने ही फैशन द डैमी गॉड्स एंड डैमन्स, ये देवते राक्षस सब उहदे पैदा कीते ने, सब उहदे हुक्म विच ने। ये सारे ही ऐ परमात्मा तेरे गीत गाउंदे ने, पर तिल मात्र भी तेरा मर्म नहीं पा सके। हुण तिल एक छोटा जिहा बीज ही हुंदा है ना, जिहदा आपां तेल कढ़दे हैं, कोई छक लैंदा, कोई केसां नूं ला लैंदा, कोई चेहरे नूं ला लैंदा है। हुण तिल दा जिहड़ा दाणा है बड़ा सूक्ष्म है, छोटा है। अगे लफ्ज़ है मरम। मरम का भाव होंदा गुझी गल, भेद। परमात्मा तू एडा वड्डा है भी ये वड्डे वड्डे देवते दैंत महापुरुष अजमतां दे मालक सिद्ध जन तैनूं केवल तिल मात्र ही गा सके ने। ਇਹਦੇ ਨਾਲੋਂ ਵੱਧ ਕੇ ਤੈਨੂੰ ਕੋਈ ਗਾ ਨਹੀਂ ਸਕਿਆ। ਭਾਵ ਤੂੰ ਏਡੀ ਬੁਲੰਦ ਹਸਤੀ ਹੈ, ਸਰਬੱਗ ਹੈ, ਤੂੰ ਸਾਗਰ ਹੈ, ਬੂੰਦ ਜਿਤਨਾ ਹੀ ਤੈਨੂੰ ਬਿਆਨ ਕਰ ਸਕਦਾ ਹੈ ਕੋਈ। ਤਿਲ ਮਾਤਰ ਵੀ ਤੇਰਾ ਅੰਤ ਨਹੀਂ ਕੋਈ ਪਾ ਸਕਿਆ। ਬਾਣੀ ਚਾਹੁੰਦਾ ਹੈ ਨਾਨਾ ਖਿਆਨ ਪੁਰਾਨ ਜਸ ਊਤਮ, ਖਟ ਦਰਸ਼ਨ ਗਾਵਹਿ ਰਾਮ, शंकर करोड़ 33 ध्यायो, नहीं जानियो हर मरमाम। कहते तैनू वेदां ने गाया, बड़े बड़े कथा दे प्रसंग चल पे तेरी शान दे विच। ऐ महाराज पुराण भी तैनू गाउंदे रहे, शिवजी महाराज भी तैनू गाउंदे ने, शंकर जी तैनू गाउंदे ने, कदे रुदर होके गाउंदा है। किधरे तैनू 33 करोड़ देवते भी ध्याउंदे ने, पर तेरा मरमाम नहीं पा सके, तेरा अंत नहीं पा सके। They do not know the secret of his mystery। कोई नहीं जानदा तेरे असल भेद नूं, कोई नहीं जानदा तेरे असल दायरे नूं, गत नूं, अजमत नूं, बरकत नूं। कलगीधर पातशाह ने बड़ा सुंदर कहा दसम बाणी विच, देव भेव ना जान ही, जिस मरम बेद कतेब, सनक औ सन केस नंदन, पाव ही ना हसेब। ना ब्रह्मा जी तेरा अंत पा सके, ना देवी देवते तेरा अंत पा सके, ना वेद कतेब धार्मिक ग्रंथ ही तेरा अंत पा सके, ते ना ब्रह्मा जी दे लखते जिगर सनक आदि ही तेरा अंत पा सके, व्यासा जी भी तेरा अंत ना पा सके। तू एडा वड्डा है, तू एडा महान है, तेरी एडी उच्ची कीर्ति है। एक ना माधवाचार्य नाम दे महापुरुष होए ने, उन्हां दे द्वारा रचित अद्वैत वेदांत का बड़ा सरल ते संपूर्ण ग्रंथ है पंचदशी। वो पंचदशी च ना एक समझाउण लई साखी लिखी हुई है। कहंदे लूण दियां 10-15 डलियां समुंदर दे कंढे बैठियां सन, ते विचार वटांदरा आपस विच चलदा है, ते समुंदर की व्याख्या की जा रही है।
ਹੁਣ ਵਿਆਖਿਆ ਕਰਦਿਆਂ ਕਰਦਿਆਂ ਜਿਹੜੀ ਆਗੂ ਸੀ ਨਾ ਡਲੀ ਉਹਨਾਂ ਦੇ ਵਿੱਚੋਂ, ਉਹਨੇ ਇਹ ਗੱਲ ਕਹੀ ਵੀ ਸਮੁੰਦਰ ਬੜਾ ਲੰਮਾ ਹੈ, ਸਮੁੰਦਰ ਬੜਾ ਡੂੰਘਾ ਹੈ। ਉਹ ਦੂਜੀ ਡਲੀ ਬੋਲ ਪਈ ਵੀ ਨਹੀਂ, ਸਮੁੰਦਰ ਐਸਾ ਹੈ, ਸਮੁੰਦਰ ਵੈਸਾ ਹੈ। ਇਉਂ ਵਿਚਾਰ ਚੱਲੀ ਗਈ। ਸਭ ਡਲੀਆਂ ਨੇ ਆਪੋ ਆਪਣੀ ਵਿਆਖਿਆ ਦਿੱਤੀ। ਤੋ ਜਿਹੜੀ ਮੁੱਖ ਡਲੀ ਸੀ ਨਾ, ਜੋ ਆਗੂ ਸੀ, ਕਹਿੰਦੀ ਵੀ ਭੈਣੋ, ਇੱਦਾਂ ਕੰਢੇ 'ਤੇ ਬੈਠਿਆਂ ਸਮੁੰਦਰ ਨੂੰ ਬਿਆਨ ਕਰਿਆਂ ਗੱਲ ਨਹੀਂ ਬਣਨੀ। ਅਸਲ ਇਹਦਾ ਭੇਦ ਪਾਉਣਾ ਹੈ ਤੇ ਇਹਦੇ ਵਿੱਚ ਉਤਰਨਾ ਪੈਣਾ ਹੈ, ਇਹਦੇ ਵਿੱਚ ਛਲਾਂਗ ਲਾਉਣੀ ਪੈਣੀ ਹੈ। ਮੈਂ ਜਾਂਦੀ ਹਾਂ ਸਾਗਰ ਵਿੱਚ, ਤੁਸੀਂ ਮੇਰੀ ਉਡੀਕ ਕਰਿਓ ਕੰਢੇ ਬਹਿ ਕੇ, ਤੇ ਮੈਂ ਗਹਿਰਾਈ ਕੀ ਹੈ, ਲੰਬਾਈ ਕੀ ਹੈ, ਚੌੜਾਈ ਕੀ ਹੈ, ਤੁਹਾਨੂੰ ਵਾਪਸ ਆ ਕੇ ਦੱਸਾਂਗੀ। ਡਲੀ ਨੇ ਮਾਰੀ ਸਾਗਰ ਵਿੱਚ ਛਾਲ, ਸਾਗਰ ਦਾ ਹੋ ਗਈ ਰੂਪ। ਉਹ ਵਿਦਵਾਨ ਲਿਖਦਾ ਹੈ ਵੀ ਜਿਹੜੀਆਂ ਕੰਢੇ ਬੈਠੀਆਂ ਲੂਣ ਦੀਆਂ ਡਲੀਆਂ ਨੇ, ਹਜ਼ਾਰਾਂ ਸਾਲ ਲੰਘ ਗਏ ਨੇ, ਉਹ ਉਡੀਕ ਰਹੀਆਂ ਨੇ ਵੀ ਕਦੋਂ ਮੁੜਦੀ ਹੈ, ਕਦੋਂ ਵਾਪਸ ਆ ਕੇ ਸਾਗਰ ਦਾ ਭੇਦ ਦੱਸੇਗੀ। ਕੱਲ੍ਹ ਆਵੇਗੀ, ਪਰਸੋਂ ਆਵੇਗੀ, ਕਿਸੇ ਦਿਨ ਤੇ ਉਹ ਆਵੇਗੀ। ਕਿਤਨਾ ਗਹਿਰਾ ਹੈ, ਕਿਤਨਾ ਲੰਬਾ ਹੈ, ਕਿਤਨਾ ਚੌੜਾ ਹੈ, ਕੁਝ ਤੇ ਬਿਆਨ ਕਰੇਗੀ ਨਾ। ਤੇ ਜਾਂ ਸੋਚਦੀਆਂ ਨੇ ਵੀ ਉਹ ਸ਼ਰਮਸਾਰ ਹੋ ਗਈ ਹੋਣੀ ਹੈ, ਉਹਨੇ ਦਾਵਾ ਜ਼ਿਆਦਾ ਵੱਡਾ ਕਰ ਲਿਆ ਸੀ, ਸਾਗਰ ਓਡਾ ਹੋਣਾ ਨਹੀਂ ਹੈ। ਤੇ ਜਾਂ ਸਾਗਰ ਉਹਦੇ ਦਾਅਵੇ ਨਾਲੋਂ ਵੱਡਾ ਹੋਵੇਗਾ, ਜਿਸ ਨੂੰ ਮਾਪ ਨਹੀਂ ਸਕੀ। ਉਹਨੇ ਕਿਹਾ ਸੀ ਮੈਂ ਮਾਪ ਕੇ ਆਵਾਂਗੀ, ਨਾ ਮਾਪ ਸਕੀ, ਇਸ ਕਰਕੇ ਸ਼ਰਮਸਾਰ ਹੋਈ, ਹੁਣ ਵਾਪਸ ਨਹੀਂ ਆ ਰਹੀ। ਤੇ ਉਹ ਦੂਜੀਆਂ ਡਲੀਆਂ ਕਹਿੰਦੀਆਂ ਵੀ ਚਲੋ ਭੈਣੋ, ਆਪਾਂ ਖੋਜ ਕੱਢ ਲੈਨੇ ਆ ਵੀ ਉਹਦਾ ਦਾਵਾ ਝੂਠਾ ਹੈ ਕਿ ਸੱਚਾ ਹੈ, ਉਹਨੂੰ ਲੱਭ ਲੈਨੇ ਆ। ਤੇ ਉਹ ਵਿਦਵਾਨ ਕਹਿੰਦਾ ਹੈ ਉਹ ਦੂਜੀਆਂ ਡਲੀਆਂ ਵੀ ਅੱਜ ਤੱਕ ਵਾਪਸ ਨਹੀਂ ਮੁੜੀਆਂ। ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ? ਸਾਗਰ ਅਗੰਮ ਹੈ, ਸਾਗਰ ਅਥਾਹ ਹੈ। ਬੰਦੇ ਦੀ ਹਸਤੀ, ਕਵੀ ਦੀ ਹਸਤੀ, ਸਤਿਪੁਰਸ਼ਾਂ ਦੀ ਹਸਤੀ ਲੂਣ ਦੀ ਡਲੀ ਨਾਲੋਂ ਵੱਧ ਕੇ ਨਹੀਂ ਹੈ ਜੋ ਉਹਦਾ ਅੰਤ ਪਾ ਸਕੇ। ਬਾਣੀ ਕਹਿੰਦੀ ਹੈ ਕਿਆ ਹਮ ਜੀ ਜੰਤ ਬੇਚਾਰੇ, ਬਰਨ ਨਾ ਸਾਕਹਿ ਏਕ ਰੋਮਾਈ। ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ, ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ। ਕਹਿੰਦੇ ਮਹਾਰਾਜ, ਅਸੀਂ ਮਾਮੂਲੀ ਜੀਵ ਜੰਤ ਹਾਂ, ਤੇਰਾ ਅੰਤ ਨਹੀਂ ਪਾ ਸਕਦੇ। ਬੰਦੇ ਦੇ ਸਰੀਰ ਤੇ ਕਹਿ ਦਿੰਦੇ ਨੇ ਵੀ ਕਰੀਬਨ 7 ਕਰੋੜ ਰੋਮ ਹੁੰਦੇ ਨੇ, ਗਿਣਤੀ ਤੇ ਨਹੀਂ ਹੈ, ਅੰਦਾਜ਼ਨ ਕਹਿ ਦਿੰਦੇ ਨੇ ਵਿਦਵਾਨ। ਹੁਣ ਜੇ ਪਰਮੇਸ਼ਵਰ ਤੇਰੇ ਅੰਤ ਵੱਲ ਨੂੰ ਤੁਰੀਏ ਨਾ, ਤੂੰ ਏਡੀ ਬੁਲੰਦ ਹਸਤੀ ਹੈ, ਇੱਕ ਰੋਮ ਵੀ ਤੇਰਾ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਰੋਮ ਵਿੱਚ ਹੀ ਖੰਡ ਬ੍ਰਹਿਮੰਡ ਨੇ ਤੇਰੇ, ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਅਸੀਂ ਤੇਰਾ ਅੰਤ ਨਹੀਂ ਪਾ ਸਕਦੇ। ਆਈ ਕੈਨ ਨਾਟ ਡਿਸਕ੍ਰਾਈਬ ਵਨ ਆਫ ਯੋਰ ਹੇਅਰਸ। ਇੱਕ ਰੋਮ ਵੀ ਤੇਰਾ ਗਾ ਸਕੀਏ, ਇਹ ਸਾਡੀ ਔਕਾਤ ਨਹੀਂ ਹੈ। ਚਲੋ ਸਾਡੀ ਤਾਂ ਕਹਿੰਦੇ ਗੱਲ ਛੱਡ ਦਿਓ, ਸਾਡੇ ਤੋਂ ਜਿਹੜੇ ਵੱਡੇ ਨੇ ਬ੍ਰਹਮਾ ਜੀ, ਮਹੇਸ਼ ਜੀ, ਬੜੇ ਬੜੇ ਸਿੱਧ ਮੁਨੀ ਜਨ, ਉਹ ਵੀ ਇਹ ਅਕਾਲ ਪੁਰਖ ਤੈਨੂੰ ਬੇਅੰਤੀ ਕਹਿੰਦੇ ਨੇ, ਉਹ ਵੀ ਤੇਰਾ ਅੰਤ ਨਹੀਂ ਪਾ ਸਕੇ। ਤੂੰ ਐਸਾ ਸਾਗਰ ਹੈ, ਅਸੀਂ ਕੁਝੇ ਹਾਂ, ਅਸੀਂ ਛੱਲਾ ਹਾਂ, ਸਾਗਰ ਦਾ ਅੰਤ ਕਿੱਦਾਂ ਪਾ ਲਵਾਂਗੇ। ਅੱਛਾ, ਇੱਕ ਹੋਰ ਗੱਲ ਹੈ, ਜਿਹੜੇ ਉਹ ਲੂਣ ਦੀਆਂ ਡਲੀਆਂ ਵਾਂਗੂ ਸਾਗਰ ਵਿੱਚ ਲੀਨ ਹੋ ਗਏ ਨਾ, ਜਦੋਂ ਪਰਮਾਤਮਾ ਵਿੱਚ ਇੱਕਮਿਕ ਹੋ ਗਏ, ਤੇ ਉਹਨਾਂ ਵੀ ਕਹਿ ਦਿੱਤਾ ਵੀ ਪਰਮਾਤਮਾ ਅਕੱਥ ਹੈ, ਬਿਆਨ ਨਹੀਂ ਕੀਤਾ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਜਿਹੜੇ ਕਿਨਾਰੇ ਤੇ ਹੀ ਬੈਠੇ ਰਹਿ ਗਏ ਨਾ ਸਾਗਰ ਦੇ, ਤੇ ਉਹਨਾਂ ਨੇ ਇਹ ਦਾਵਾ ਕਰ ਦਿੱਤਾ ਵੀ ਸਾਗਰ ਦੀ ਹਸਤੀ ਬੜੀ ਛੋਟੀ ਹੈ, ਕਿਉਂਕਿ ਉਹ ਨੇੜੇ ਨਹੀਂ ਪਹੁੰਚ ਸਕੇ, ਉਹ ਡੂੰਘਾਈ ਨਹੀਂ ਮਾਪ ਸਕੇ, ਉਹ ਚੁੱਭੀ ਨਹੀਂ ਲਾ ਸਕੇ, ਉਹ ਕਰੀਬ ਨਹੀਂ ਹੋ ਸਕੇ।
दो तरह की दुनिया है, ਜਿਹੜੇ ਅਭੇਦ ਹੋ ਗਏ ਮੰਨਦੇ ਨੇ ਉਹਦੀ ਹੋਂਦ ਨੂੰ ਪਰ ਬਿਆਨ ਨਹੀਂ ਕਰ ਸਕਦੇ, ਅਲਫਾਜ਼ ਹੈ ਨਹੀਂ। ਗੁਰਮੁਖ ਜਨ ਕੁਝ ਮਨਮੁਖ ਨੇ, ਸਾਕਤ ਨੇ, ਜਿਹੜੇ ਕਰੀਬ ਗਏ ਹੀ ਨਹੀਂ, ਉਹਨਾਂ ਨੂੰ ਕੀ ਸਮਝ ਹੈ ਵੀ ਸਾਗਰ ਕਿਤਨਾ ਅਸੀਮ ਹੈ। ਕਹਿੰਦੇ ਜਿਹੜੇ ਨਜ਼ਦੀਕ ਹੋ ਗਏ ਨਾ, ਇਕਮਿਕ ਹੋ ਗਏ, ਅਭੇਦ ਹੋ ਗਏ, ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ। ਪੀਓ ਅੰਮ੍ਰਿਤ ਨਾਮ ਅਮੋਲਕ ਜਿਉ ਚਾਖ ਗੂੰਗਾ ਮੁਸਕਾਵਤ। ਉਹ ਕਹਿੰਦੇ ਜਦੋਂ ਚਖਿਆ ਉਹਦੇ ਨਾਮ ਦਾ ਸਵਾਦ, ਜਦੋਂ ਚਖਿਆ ਉਹਦੇ ਦਾਇਰੇ ਨੂੰ, ਇਕਮਿਕ ਹੋਏ ਉਹਦੇ ਨਾਲ, ਕਿਰਪਾ ਹੋਈ ਉਹਦੀ, ਕਹਿੰਦੇ ਬਿਸਮਾਦ ਵਿੱਚ ਚਲੇ ਗਏ, ਅਸਚਰਜਤਾ ਵਿੱਚ ਚਲੇ ਗਏ। ਏਡਾ ਵੱਡਾ ਸੀ, ਇਤਨਾ ਮਹਾਨ ਜਸ ਸੀ ਉਹਦਾ, ਰਸਨਾ ਦੇ ਕੋਲ ਅਲਫਾਜ਼ ਹੀ ਨਾ ਰਹੇ ਉਹਨੂੰ ਗਾ ਕੇ ਬਿਆਨ ਕਰ ਸਕੀਏ। ਇਤਨਾ ਅਮੋਲਕ ਸੀ, ਉਹਦਾ ਮੁੱਲ ਪਾਉਣ ਜੋਗੇ ਨਾ ਰਹੇ ਅਸੀਂ। ਇਹ ਤੇ ਕਹਿੰਦੇ ਉਹ ਗੱਲ ਬਣੀ ਜਿਵੇਂ ਗੁੰਗਾ ਮਠਿਆਈ ਖਾਵੇ ਨਾ ਤੇ ਉਹਦੇ ਚਿਹਰੇ ਦਾ ਨੂਰ ਵੇਖਣ ਵਾਲਾ ਹੁੰਦਾ, ਸਮਝ ਆ ਜਾਂਦੀ ਹੈ, ਆਨੰਦਿਤ ਹੈ, ਪਰ ਉਸ ਰਸ ਨੂੰ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਪਰਮਾਤਮਾ ਏਡਾ ਵੱਡਾ ਹੈ, ਕੋਈ ਉਹਦਾ ਅੰਤ ਨਹੀਂ ਪਾ ਸਕਦਾ, ਕੋਈ ਬਿਆਨ ਕਰ ਨਹੀਂ ਸਕਦਾ ਉਸ ਨੂੰ। ਖੈਰ ਇਹ ਦੁਬਿਧਾ ਹਜ਼ਾਰਾਂ ਸਾਲਾਂ ਤੋਂ ਬਣੀ ਹੋਈ ਹੈ। ਕੋਈ ਕਹਿੰਦਾ ਰੱਬ ਹੈ, ਕੋਈ ਕਹਿੰਦਾ ਹੈ ਨਹੀਂ। ਕਹਿੰਦੇ ਜੇ ਮੰਨਣਾ ਹੈ ਨਾ ਉਹਦਾ ਰਸ, ਤੇ ਸਾਗਰ ਵਿੱਚ ਚੁੱਭੀ ਲਾ ਦੇ, ਸਾਗਰ ਵਿੱਚ ਇਕਮਿਕ ਹੋ ਜਾ, ਪਰਮਾਤਮਾ ਦੇ ਗੀਤ ਗਾਇਆ ਕਰ। ਜਿਹੜਾ ਉਹਦੇ ਗੀਤ ਗਾਉਂਦਾ ਹੈ ਉਹਦਾ ਰੂਪ ਹੋ ਜਾਂਦਾ ਹੈ। ਅੱਛਾ ਇਹ ਵੀ ਗੱਲ ਮੈਂ ਕਹਿ ਦੇਵਾਂ, ਜਬ ਹਮ ਹੋਤੇ ਤਬ ਤੁਮ ਨਾਹੀਂ, ਅਬ ਤੁਮ ਹੋ ਹਮ ਨਾਹੀਂ, ਅਬ ਹਮ ਤੁਮ ਏਕ ਭਏ ਹੈ, ਏਕੈ ਦੇਖਤ ਮਨ ਪਤਿਆਹੀ। ਕਹਿੰਦੇ ਦੇਖੋ ਜਿੰਨਾ ਚਿਰ ਮੈਂ ਹੈ ਓਨਾ ਚਿਰ ਤੇਰੇ ਦਾਇਰੇ ਬਾਬਤ ਸਮਝ ਨਹੀਂ ਪਵੇਗੀ। ਜਿੰਨਾ ਚਿਰ ਹੰਗਤਾ ਹੈ, ਮਮਤਾ ਹੈ, ਉਹਨਾਂ ਚਿਰ ਪਰਮੇਸ਼ਵਰ ਤਾਈਂ ਪਹੁੰਚ ਨਹੀਂ ਬਣੇਗੀ। ਤੇ ਕਹਿੰਦੇ ਜਦੋਂ ਹੰਗਤਾ ਮਿਟ ਗਈ, ਹੰਕਾਰ ਮਿਟ ਗਿਆ, ਮੈਂ ਮਿਟ ਗਈ, ਤੂੰ ਹੀ ਤੂੰ ਦੇ ਨਾਰੇ ਰਹਿ ਗਏ, ਤੂੰ ਹੀ ਤੂੰ ਦੀ ਕੀਰਤੀ ਰਹਿ ਗਈ, ਅਸੀਂ ਤੂੰ ਹੀ ਤੂੰ ਗਾਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਉਸ ਦਿਨ ਅਕਾਲ ਪੁਰਖ ਵਿੱਚ ਅਭੇਦਤਾ ਮਿਲ ਗਈ, ਇਕਮਿਕ ਹੋ ਗਏ, ਚਿੱਤ ਪਤੀਜ ਗਿਆ ਵੀ ਵਾਕਿਆ ਹੀ ਉਹ ਵੱਡੀ ਅਜ਼ਮਤ ਹੈ, ਵੱਡੀ ਤਾਕਤ ਹੈ। ਤੇ ਮਹਾਰਾਜ ਕਹਿੰਦੇ ਨੇ ਜਿਉਂ ਇਕਮਿਕ ਹੋਏ ਉੱਥੇ ਮੈਂ ਮਿਟ ਗਈ, ਉੱਥੇ ਤੂੰ ਹੀ ਤੂੰ ਰਹਿ ਗਿਆ। ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਗੱਲ ਦਾ ਖਿਆਲ ਰੱਖਿਓ, ਕੋਈ ਮੇਰੇ ਸਾਵੇਂ 10-15 ਫੁੱਟ ਤੇ ਇਨਸਾਨ ਖਲੋਤਾ ਹੋਵੇ ਨਾ, ਤੇ ਮੈਂ ਉਹਦੇ ਨੈਣ ਨਕਸ਼ ਬਿਆਨ ਕਰ ਸਕਦਾ ਹਾਂ। ਤੇ ਜੇ ਮੈਂ ਅੱਖਾਂ 'ਚ ਅੱਖਾਂ ਪਾ ਕੇ ਉਹਦੇ ਇਤਨਾ ਨਜ਼ਦੀਕ ਹੋ ਜਾਵਾਂ ਵੀ ਇੱਕ ਤਿਲ ਦਾ ਅੰਤਰਾ ਨਾ ਸਾਡੇ ਦਰਮਿਆਨ ਰਹਿ ਜਾਵੇ, ਅੱਖਾਂ ਵਿੱਚ ਅੱਖਾਂ ਪਈਆਂ ਹੋਣ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਨਜ਼ਰ ਹੀ ਨਹੀਂ ਆ ਰਿਹਾ, ਉਹਦੇ ਵਿੱਚ ਅਭੇਦ ਹੋ ਗਏ। ਜਿਹੜੇ ਖੁਦਾ ਨਾਲ ਇਕਮਿਕ ਹੋਏ, ਨਜ਼ਦੀਕ ਚਲੇ ਗਏ, ਗੁੰਗੇ ਵਾਂਗੂ ਆਨੰਦ ਤੇ ਹੈ ਚਿਹਰੇ ਤੇ ਮਠਿਆਈ ਖਾਣ ਵਾਲਾ, ਪਰ ਬਿਆਨ ਨਹੀਂ ਕਰ ਸਕੇ। ਬਾਣੀ ਚਾਹੁੰਦਾ ਤੁਮਰੀ ਜੀ ਕਥਾ, ਤੁਮਰੀ ਜੀ ਅਕਥ ਕਥਾ, ਤੂ ਹੀ ਜਨ ਹੈ, ਹਉ ਹਰ ਜਪ ਭਈ ਨਿਹਾਲ, ਨਿਹਾਲ ਨਿਹਾਲ। ਐ ਪਰਮੇਸ਼ਵਰ ਤੇਰੀ ਕਥਾ ਤੂੰ ਹੀ ਜਾਣਦਾ ਏ। ਇਹ ਮੈਨੂੰ ਪਤਾ ਹੈ ਵੀ ਜਦੋਂ ਦੇ ਮੈਂ ਤੇਰੇ ਗੀਤ ਗਾਏ ਨੇ ਮੈਂ ਨਿਹਾਲ ਹੋ ਗਿਆ। ਫਾਰਸੀ ਦਾ ਲਫ਼ਜ਼ ਹੈ ਮੁਰਾਦਬੰਦ, ਭਾਵ ਮੇਰੀਆਂ ਸਭੇ ਇੱਛਾ ਪੂਰੀਆਂ ਹੋ ਗਈਆਂ। ਪਰਮਾਤਮਾ ਨੂੰ ਗਾ ਕੇ ਆਨੰਦ ਲਓ, ਸਾਗਰ ਵਿੱਚ ਚੁੱਭੀ ਲਾ ਕੇ ਆਨੰਦ ਲਓ, ਪਰ ਦਾਵਾ ਛੱਡ ਦਿਓ ਵੀ ਉਹਦੇ ਗੁਣਾਂ ਦਾ ਕੋਈ ਅੰਤ ਪਾ ਸਕਦਾ ਹੈ। ਨਾ ਕੋਈ ਹੋਇਆ ਹੈ ਤੇ ਨਾ ਕੋਈ ਹੋ ਹੀ ਸਕੇਗਾ ਜਿਹੜਾ ਉਸ ਦੀ ਸਮੁੱਚੀ ਅਜ਼ਮਤ ਨੂੰ ਬਿਆਨ ਕਰ ਦਵੇ। ਨਦੀਆਂ ਨਾਲੇ ਸਾਗਰ ਨੂੰ ਬਿਆਨ ਨਹੀਂ ਕਰ ਸਕਦੇ। ਸੋ ਮਹਾਰਾਜ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਨੇ,
ਪ੍ਰੈ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਹਰ ਜਨ ਤਾਂ ਕੈ ਦਰਸ ਸੁਮਾਵਤ। ਮਹਾਰਾਜ ਫਿਰ ਉਸ ਸਾਗਰ ਵਿੱਚ, ਅਕਾਲ ਪੁਰਖ ਵਿੱਚ ਅਭੇਦ ਕਿਵੇਂ ਹੋਇਆ ਜਾ ਸਕਦਾ ਹੈ? ਕਹਿੰਦੇ ਉਹਦਾ ਇਹ ਤਰੀਕਾ ਹੈ, ਪ੍ਰੈ ਦਾ ਮਤਲਬ ਹੁੰਦਾ ਜੋ ਬੜਾ ਪਿਆਰਾ ਹੈ, ਜੋ ਭਰਤਾ ਹੈ, ਜੋ ਖਸਮ ਹੈ। ਪ੍ਰਭ ਵਡਿਆਈ ਦੇ ਜੋ ਸਹਿਤ ਹੈ, ਪ੍ਰਭਤਾ ਦੇ ਜੋ ਸਹਿਤ ਹੈ, ਮਾਲਕ ਹੈ, ਬਲਵਾਨ ਹੈ। ਕਹਿੰਦੇ ਉਸ ਪਿਆਰੇ ਪ੍ਰੀਤਮ ਪ੍ਰਭੂ ਦੇ ਨਾਲ ਪ੍ਰੀਤੀ ਪਾਉਣਾ ਕਰ, ਉਹਦੇ ਨਾਲ ਪ੍ਰੇਮ ਕਰਿਆ ਕਰ, ਮੁਹੱਬਤ ਕਰ, ਉਹਦੇ ਗੀਤ ਗਾਇਆ ਕਰ। ਤੇ ਗੀਤ ਪ੍ਰੇਮ ਵਿੱਚ ਭਿੱਜ ਕੇ ਗਾਉਣੇ ਨੇ, ਸਨੇਹ ਦੇ ਨਾਲ ਗਾਉਣੇ ਨੇ, ਔਰ ਉਹਦੇ ਨਾਮ ਦਾ ਰਸ ਲੈਣਾ ਹੈ। ਇੱਕ ਦਿਨ ਗੀਤ ਗਾਉਂਦਿਆਂ ਗਾਉਂਦਿਆਂ ਪਾਤਸ਼ਾਹ ਕਹਿੰਦੇ ਨੇ, ਜਦੋਂ ਤੂੰ ਮਗਨ ਹੋ ਗਿਆ, ਜਦੋਂ ਤੇਰੀ ਸੁਰਤੀ ਟਿਕ ਗਈ, ਜਦੋਂ ਉਹਦੀ ਯਾਦ ਵਿੱਚ ਤੂੰ ਚੌਂਕੜਾ ਲਾ ਲਿਆ, ਤੈਨੂੰ ਉਹਦੀ ਭਗਤੀ ਚੋਂ ਰਸ ਇੱਕ ਨਾ ਇੱਕ ਦਿਨ ਆਵੇਗਾ। ਇੱਕ ਨਾ ਇੱਕ ਦਿਨ ਮਟਕੇ ਨੂੰ ਘਿਓ ਦੀ ਠੰਡਕ ਪਕੜ ਹੀ ਲੈਂਦੀ ਹੈ। ਜੇ ਤੁਸੀਂ ਇੱਕ ਅੱਧਾ ਦਿਨ ਮੰਨ ਲਓ ਕੋਈ ਤੇਲ ਕੋਈ ਘਿਓ ਮਟਕੇ 'ਚ ਪਾਓ ਤੇ ਆਖੋ ਮਟਕਾ ਠੰਡਾ ਹੋ ਜਾਵੇ, ਨਹੀਂ ਹੋਵੇਗਾ। 6 ਮਹੀਨੇ ਸਾਲ 2 ਸਾਲ ਰੱਖੋਗੇ ਤੇ ਫਿਰ ਤੁਸੀਂ ਵੇਖੋਗੇ ਵੀ ਘਿਓ ਕੱਢ ਵੀ ਲਓ, ਵਰਤ ਵੀ ਲਓ ਤੇ ਠੰਡਕ ਉਸੇ ਤਰ੍ਹਾਂ ਰਹੇਗੀ। ਇੱਕ ਵਾਰ ਜ਼ੁਬਾਨ ਨਾਲ ਗੀਤ ਗਾ, ਇੱਕ ਦਿਨ ਐਸਾ ਰਸ ਆਵੇਗਾ, ਉਹਦਾ ਨਾਮ ਅੰਦਰ ਟਿਕੇਗਾ, ਠੰਡਕ ਹੋ ਜਾਵੇਗੀ। ਫਿਰ ਜ਼ੁਬਾਨ ਨਾਲ ਨਾਮ ਹੀ ਗਾਵੇਂ ਤੇ ਉਹ ਅੰਦਰ ਸਦਾ ਪ੍ਰਗਟ ਹੀ ਰਹੇਗਾ, ਉਹ ਯਾਦ ਵਿੱਚ ਹੀ ਰਹੇਗਾ। ਸੋ ਕਹਿੰਦੇ ਨੇ ਉਹਦੇ ਗੀਤ ਪ੍ਰੇਮ ਦੇ ਨਾਲ ਗਾਉਣੇ ਨੇ, ਪਿਆਰੇ ਪ੍ਰੀਤਮ ਨੂੰ ਯਾਦ ਕਰਦੇ ਰਹਿਣਾ ਹੈ, ਭਗਤੀ ਉਹਦੀ ਅਸੀਂ ਕਰਦੇ ਰਹਿਣਾ ਹੈ। ਔਰ ਇੱਕ ਦਿਨ ਐਸਾ ਆਵੇਗਾ, ਤੁਹਾਡੀ ਆਵਾਜ਼ ਸੁਣੇਗਾ, ਤੁਹਾਨੂੰ ਦੀਦਾਰੇ ਦੇਵੇਗਾ। ਫਿਰ ਕਹਿੰਦੇ ਦਰਸ ਸਮਾਵਤ, ਦੀਦਾਰੇ ਕਰਦਿਆਂ ਹੀ ਤੁਸੀਂ ਉਹਦੇ ਵਿੱਚ ਅਭੇਦ ਹੋ ਜਾਓਗੇ, ਤੁਸੀਂ ਅਤੇ ਪਰਮੇਸ਼ਵਰ ਇੱਕਮਿਕ ਹੋ ਜਾਓਗੇ। ਦਰਸ ਦਾ ਮਤਲਬ ਤੁਸੀਂ ਇਹ ਸਮਝਦੇ ਹੀ ਹੋ, ਦ੍ਰਿਸ਼ ਅੱਖੀਂ ਵੇਖ ਲੈਣਾ, ਦੀਦਾਰੇ ਅੱਖੀਂ ਕਰ ਲੈਣੇ। ਸੱਚੈ ਆਸਣ ਸੱਚ ਰਹੈ, ਸੱਚਾ ਪ੍ਰੇਮ ਪਿਆਰ, ਮਿਲਿਆ ਹੋਏ ਨਾ ਵਿਛੜੈ, ਜਿਸ ਅੰਤਰ ਜੋਤ ਅਪਾਰ। ਕਹਿੰਦੇ ਜਦੋਂ ਉਸ ਸੱਚੇ ਪਰਮੇਸ਼ਵਰ ਦੇ ਗੀਤ ਗਾਏ, ਪ੍ਰੇਮ ਦੇ ਨਾਲ ਉਸ ਨੂੰ ਯਾਦ ਕੀਤਾ, ਉਹਨੇ ਦਰਸ਼ਨ ਦੇ ਦਿੱਤੇ। ਹੁਣ ਤੁਹਾਡੇ ਨਾਲ ਉਹ ਇੱਕਮਿਕ ਹੋਇਆ ਹੈ, ਤੁਹਾਨੂੰ ਛੱਡ ਕੇ ਨਹੀਂ ਜਾਂਦਾ। ਉਹ ਸਿੱਧੀ ਜੀ ਗੱਲ ਹੈ ਵੀ ਉਹਦੇ ਨਾਲ ਇਸ਼ਕ ਕਰਨਾ ਪੈਂਦਾ ਹੈ, ਜਿਵੇਂ ਪੈਸੇ ਨਾਲ ਇਸ਼ਕ ਕਰਦੇ ਹੋ, ਜਿਵੇਂ ਤਖਤਾਂ ਤਾਜਾਂ ਨਾਲ ਪ੍ਰੇਮ ਕਰਦੇ ਹੋ, ਜਿਵੇਂ ਆਪਣੇ ਪਰਿਵਾਰ ਨਾਲ ਮੋਹ ਕਰਦੇ, ਉਹਦੇ ਨਾਲੋਂ ਚੌਥਾ ਹਿੱਸਾ ਵੀ ਰੱਬ ਨਾਲ ਪ੍ਰੇਮ ਕਰੋ ਤੇ ਉਹ ਆਪਣੇ ਬਾਹਾਂ ਵਿੱਚ ਤੁਹਾਨੂੰ ਸਮਾ ਲਵੇਗਾ, ਆਪਣਾ ਰੂਪ ਬਣਾ ਲਵੇਗਾ। ਭਾਈ ਨੰਦ ਲਾਲ ਜੀ ਨੇ ਇੱਕ ਗਜ਼ਲ ਕਹੀ ਹੈ, ਕਹਿੰਦੇ ਮਾ ਬੰਦੇ ਹੈ ਇਸ਼ਕੇਮ, ਖੁਦਾਰਾ ਨਾ ਸ਼ਨਾਸੇਮ, ਦੁਸ਼ਨਾਮ ਨਾ ਦਾਨੇਮ, ਦੁਆਰਾ ਨਾ ਸ਼ਾਨਾ ਸੇਮ। ਇਹਦਾ ਮਤਲਬ ਸਮਝਿਓ, ਮਹਾਂਪੁਰਸ਼ ਕਹਿੰਦਾ ਅਸੀਂ ਇਸ਼ਕ ਦੇ ਬੰਦੇ ਹਾਂ, ਅਸੀਂ ਪਰਮੇਸ਼ਵਰ ਨਾਲ ਇਸ਼ਕ ਕਰਨ ਵਾਲੇ ਹਾਂ, ਉਹਦੇ ਤੋਂ ਲਹਿਦਾ ਅਸੀਂ ਹੋਰ ਕਿਸੇ ਨੂੰ ਨਹੀਂ ਪਹਿਚਾਣਦੇ। ਬਦ ਦੁਆ ਦੁਸ਼ਨਾਮ ਸਾਡਾ ਕੁਝ ਵਿਗਾੜ ਨਹੀਂ ਸਕਦੀ, ਅਸੀਸ ਸਾਨੂੰ ਕਿਸੇ ਦੀ ਚਾਹੀਦੀ ਨਹੀਂ ਹੈ, ਕਿਉਂਕਿ ਸਾਡੇ ਸਿਰ 'ਤੇ ਗੁਰੂ ਗੋਬਿੰਦ ਸਿੰਘ ਦਾ ਹੱਥ ਹੈ। ਉਹਦੀ ਪਹਿਚਾਣ ਪ੍ਰੇਮ ਕੀਤਿਆਂ ਹੀ ਆਉਂਦੀ ਹੈ, ਉਹਦੀ ਪ੍ਰਾਪਤੀ ਪ੍ਰੇਮ ਨਾਲ ਹੀ ਹੁੰਦੀ ਹੈ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਮਨੁੱਖਤਾ ਨਾਲ ਪ੍ਰੇਮ ਕਰ, ਪਰਿਵਾਰ ਨਾਲ ਤੇ ਤੂੰ ਕਰਦਾ ਹੀ ਹੈ, ਤੈਨੂੰ ਕਹਿਣ ਦੀ ਲੋੜ ਨਹੀਂ ਹੈ। ਗਰੀਬ ਗੁਰਬੇ ਤੇ ਦਇਆ ਕਰ, ਹਰ ਜ਼ਰੇ ਵਿੱਚ ਪਰਮੇਸ਼ਵਰ ਨੂੰ ਦੇਖ, ਇੱਕ ਦਿਨ ਪ੍ਰਤੱਖ ਦੀਦਾਰੇ ਦੇ ਦੇਵੇਗਾ। ਕਹਿੰਦੇ ਬਾਜੰਤ ਨਾਨਕ ਸ਼ਬਦ ਬੀਣਾ, ਰਹੰਤ ਜਨਮੰ ਹਰ ਦਰਸ ਲੀਣਾ। ਜਿਹੜਾ ਸ਼ਬਦ ਗਾਵੇਗਾ ਪ੍ਰੇਮ ਵਿੱਚ,
गुरु नानक साहिब गुरु ग्रंथ साहिब की पावन बाणी कहती है, रहंत जन्मन, वो जन्म अते मरण तो रहत हो जाएगा जिसने दर्श पालिया परमात्मा का, ਉਹਦਾ जम्मण मरना कटिया जाएगा, ਉਹਨੂੰ मुक्ति मिल जाएगी। ਜਿਹੜਾ ਰੱਬ ਵਿੱਚ ਭੇਦ ਹੋ ਗਿਆ ਫਿਰ ਤੇ ਉਹ ਸਦੀ ਵੀ ਹੈ, ਉਹ ਆਵਾਗਮਨ ਤੋਂ ਬਚੇਗਾ, ਉਹ ਰੋਗ ਸੋਗ ਤੋਂ ਬਚੇਗਾ, ਉਸ ਨੂੰ ਨਿਜਾਤ ਮਿਲ ਜਾਵੇਗੀ। ਸੋ ਪ੍ਰੇਮ ਤੋਂ ਬਿਨਾ ਪਰਮਾਤਮਾ ਨਹੀਂ ਮਿਲਦਾ, ਚੌਂਕੜਾ ਲਾਉਣ ਤੋਂ ਬਿਨਾ, ਗੀਤ ਗਾਉਣ ਤੋਂ ਬਿਨਾ ਉਹ ਮਿਲਦਾ ਨਹੀਂ ਹੈ। ਤੇ ਜਿਨ੍ਹਾਂ ਨੂੰ ਮਿਲਿਆ ਹੈ, ਜੋ ਡਲੀਆਂ ਸਾਗਰ ਵਿੱਚ ਮਿਲ ਗਈਆਂ, ਉਹ ਬਿਆਨ ਨਾ ਕਰ ਸਕੀਆਂ, ਉਹ ਕਿਤਨਾ ਮਹਾਨ ਹੈ। ਅੰਤ ਕਾਰਨ ਕੇਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੱਗੇ ਪਾਤਸ਼ਾਹ ਕਹਿੰਦੇ ਨੇ, ਤਿਸ ਹੈ ਤਿਆਗ ਆਨ ਕਉ ਜਾਚੈ ਹੈ, ਮੁਖ ਦੰਤ ਰਸਨ ਸਗਲ ਘਸ ਜਾਵਤ। ਕਹਿੰਦੇ ਉਸ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦੇ ਅੱਗੇ ਮੰਗਤਿਆਂ ਵਾਂਗ ਝੋਲੀ ਅੱਡਣੀ, ਭਾਵ ਕ੍ਰਿਤ ਦੇ ਅੱਗੇ ਝੁਕਣਾ, ਕਰਤੇ ਨੂੰ ਛੱਡ ਕੇ। ਕੋਈ ਕਬਰ ਅੱਗੇ ਝੁਕਦਾ, ਕੋਈ ਮੂਰਤ ਅੱਗੇ ਝੁਕਦਾ ਹੈ। ਕਹਿੰਦੇ ਮੰਗੀ ਜਾ ਖਾਂ ਜੋ ਮੰਗਣਾ ਹੈ। ਕਹਿੰਦੇ ਇੱਕ ਦਿਨ ਮੰਗਦਿਆਂ ਮੰਗਦਿਆਂ ਤੇਰੀ ਜ਼ੁਬਾਨ ਘਸ ਜਾਵੇਗੀ, ਪਰ ਤੈਨੂੰ ਮੁਕਤੀ ਨਹੀਂ ਮਿਲਣੀ। ਛੋਟੇ ਮੋਟੇ ਪਦਾਰਥ ਤੇ ਭਾਵੇਂ ਮਿਲ ਜਾਣ, ਤੈਨੂੰ ਰੋਗਾਂ ਸੋਗਾਂ ਤੋਂ ਨਿਜਾਤ ਨਹੀਂ ਮਿਲਣੀ। ਜਿਹੜੇ ਖੁਦਾਇਆ ਨੂੰ ਛੱਡ ਕੇ ਹੋਰਾਂ ਪਾਸੋਂ ਮੰਗਦੇ ਨੇ, ਉਹਨਾਂ ਦੇ ਦੰਦ ਵੀ ਘਸ ਜਾਂਦੇ ਨੇ, ਤੇ ਕਹਿੰਦੇ ਜੀਭ ਵੀ ਘਸ ਜਾਣੀ ਹੈ। ਜਾਚਨਾ ਕਰਨੀ ਹੈ, ਮੰਗਣਾ ਹੈ, ਤੇ ਪਰਮਾਤਮਾ ਤੋਂ ਮੰਗ। ਮਹਾਰਾਜ ਨੇ ਬਾਣੀ 'ਚ ਇੱਕ ਜਗ੍ਹਾ ਹੋਰ ਸਮਝਾਇਆ, ਕਹਿੰਦੇ ਨਾਤ ਛੋੜ ਜਾਚੈ ਹੈ, ਲਾਜ ਨਾ ਆਵੈ, ਮੰਗ ਹੈ ਟੂਕਾ ਤ੍ਰਿਪਤ ਨਾ ਪਾਵੈ। ਕਹਿੰਦੇ ਸ਼ਰਮ ਨਾ ਆਈ ਤੈਨੂੰ ਰੱਬ ਨੂੰ ਛੱਡ ਕੇ ਹੋਰਾਂ ਤੋਂ ਮੰਗੇ। ਮੰਗ ਕਹਿੰਦੇ ਜਿਹਦੇ ਕੋਲੋਂ ਮੰਗਣਾ ਹੈ, ਪਰ ਇੱਕ ਗੱਲ ਦਾ ਖਿਆਲ ਰੱਖੀ, ਤ੍ਰਿਪਤੀ ਨਹੀਂ ਹੋਵੇਗੀ। ਹੁਣ ਬੰਦੇ ਤੋਂ ਮੰਗੀਏ 2-4 ਦਿਨ ਉਹ ਦੇਵੇਗਾ, ਵਾਰ-ਵਾਰ ਮੰਗੋਗੇ ਤੇ ਡਾਂਗ ਲੈ ਕੇ ਖਲੋਤਾ ਹੁੰਦਾ ਅਗਲਾ ਵੀ ਹੁਣ ਘਰ ਨਾ ਲੁਟਾ ਦਾਂ ਤੇਰੇ ਪਿੱਛੇ। ਪਰ ਪਰਮਾਤਮਾ ਤੋਂ ਜਦੋਂ ਮੰਗੋ ਦੇਵੇਗਾ। ਸਦੀਆਂ ਤੋਂ ਦੇ ਰਿਹਾ ਹੈ, ਦੇਂਦਾ ਦੇ, ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਕਹਿੰਦੇ ਕਵਨ ਕਵਨ ਜਾਚਹਿ ਪ੍ਰਭ ਦਾਤੇ, ਤਾਂ ਕਿ ਅੰਤ ਨਾ ਪਰਹਿ ਸੁਮਾਰ। ਜੈਸੀ ਭੂਖ ਹੋਏ ਸਭ ਅੰਤਰ, ਜੈਸੀ ਭੂਖ ਹੋਏ ਅਬ ਅੰਤਰ, ਤੂੰ ਸਮਰੱਥ ਸੱਚ ਦੇਵਨਹਾਰ। ਪਰਮਾਤਮਾ ਤੋਂ ਭਾਈ ਮੰਗਿਆ ਕਰੋ, ਜਿੱਦਾਂ ਦੀ ਵੀ ਭੁੱਖ ਹੋਵੇ ਪੂਰਤੀ ਬਖਸ਼ ਦਿੰਦਾ ਹੈ। ਐ ਜੀ ਜਪ ਤਪ ਸੰਜਮ ਸੱਚ ਆਧਾਰ, ਹਰ ਹਰ ਨਾਮ ਦੇਹ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ। ਐ ਪਰਮਾਤਮਾ ਆਪਣਾ ਨਾਮ ਬਖਸ਼ ਦੇ, ਪਦਾਰਥਾਂ ਨਾਲ ਕਿੱਥੇ ਰੱਜ ਆਉਣਾ ਹੈ। ਜਿਹਨੂੰ ਨਾਮ ਪ੍ਰਾਪਤ ਹੋ ਗਿਆ ਉਹਨੂੰ ਸੰਤੋਖ ਆਇਆ, ਉਹਦਾ ਮੰਗਣਾ ਹੀ ਮੁੱਕ ਗਿਆ। ਫਿਰ ਅਖੀਰ ਤੇ ਪਾਤਸ਼ਾਹ ਕਹਿੰਦੇ ਨੇ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝਹਿ ਸਮਝਾਵਤ। ਹੈ ਮੂਰਖ ਮਨ, ਸੁਖ ਦੇਣ ਵਾਲਾ ਜੋ ਦਾਤਾ ਹੈ, ਅਕਾਲ ਪੁਰਖ ਹੈ, ਉਹਨੂੰ ਸਿਮਰਨਾ ਕਰ, ਉਸ ਨੂੰ ਧਿਆਉਣਾ ਕਰ। ਉਹ ਝੋਲੀਆਂ ਭਰੇਗਾ, ਮਨ ਦੀ ਝੋਲੀ ਨਾਮ ਨਾਲ ਤੇ ਤਨ ਦੀ ਝੋਲੀ ਪਦਾਰਥਾਂ ਦੇ ਨਾਲ। ਕਹਿੰਦੇ ਮੈਡੀਟੇਟ ਔਨ ਦਾ ਨੇਮ ਆਫ ਦਾ ਲਾਰਡ, ਉਹਦੇ ਗੀਤ ਗਾਓ, ਤੁਹਾਡੀ ਹਰ ਇੱਛਾ ਪੂਰੀ ਹੋ ਜਾਵੇਗੀ। ਸੁਖ ਦਾਤਾ ਭੈ ਭੰਜਨੋ, ਤਿਸ ਆਗੈ ਕਰ ਅਰਦਾਸ। ਮਿਹਰ ਕਰੈ ਜਿਸ ਮਿਹਰਵਾਨ, ਤਾਂ ਕਾਰਜ ਆਵੈ ਰਾਸ। ਜਿਹੜਾ ਵੀ ਉਸ ਅਕਾਲ ਪੁਰਖ ਅੱਗੇ, ਸੁੱਖਾਂ ਦੇ ਦਾਤੇ ਅੱਗੇ ਅਰਦਾਸ ਕਰਕੇ ਮੰਗਦਾ ਹੈ, ਕਹਿੰਦੇ ਨੇ ਉਹਦੇ ਸਾਰੇ ਹੀ ਕਾਰਜ ਰਾਸ ਆ ਜਾਂਦੇ ਨੇ। ਹੀ ਇਜ਼ ਮਰਸੀਫੁਲ, ਉਹ ਦਇਆਲੂ ਬੜਾ ਹੈ, ਉਹ ਦਇਆ ਕਰਨ ਵਾਲਾ ਹੈ, ਉਹ ਤਰਸ ਕਰਨ ਵਾਲਾ ਹੈ। ਉਹਦੇ ਪਾਸੋਂ ਮੰਗਣਾ ਕਰੀਏ ਜੇ ਮੰਗਣਾ ਹੈ। ਅਕਾਲ ਪੁਰਖ ਗੁਰੂ ਪਰਮੇਸ਼ਰ ਹੀ ਦੇਣ ਵਾਲੇ ਨੇ। ਤੂੰ ਨਿਰਗੁਣ ਸਰਗੁਣ ਸੁਖਦਾਤਾ, ਤੂੰ ਨਿਰਗੁਣ ਖੁਦਾਇਆ ਵੀ ਸੁਖ ਦਿੰਨਾ ਹੈ, ਤੇ ਸਰਗੁਣ ਤੂੰ ਗੁਰੂ ਹਰਿਕ੍ਰਿਸ਼ਨ ਗੁਰੂ ਨਾਨਕ ਹੋ ਕੇ ਵੀ ਸੁਖ ਦਿੰਨਾ ਹੈ।
ਤੂੰ ਗੁਰੂ ਤੇਗ ਬਹਾਦਰ ਹੋ ਕੇ ਵੀ ਝੋਲੀਆਂ ਭਰਦਾ ਹੈ। ਤੇਗ ਬਹਾਦਰ ਸਿਮਰਿਆ ਘਰ ਨੌਨਿਧ ਆਵੈ ਧਾਏ। ਸੋ ਐਸੀਆਂ ਝੋਲੀਆਂ ਭਰਨ ਵਾਲਾ ਸੁਖਦਾਤਾ ਪਰਮੇਸ਼ਵਰ ਹੈ। ਗੁਰੂ ਨਾਨਕ ਨੇ ਉਹਨਾਂ ਨਾਲ ਜੁੜੀਏ, ਆਪਣੇ ਜਨਮ ਨੂੰ ਸਫਲਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।